ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਕਿਸਾਨਾਂ ਦੇ ਅੰਦੋਲਨ ਨੂੰ ਅੱਜ 100 ਦਿਨ ਹੋ ਗਿਆ। ਕਈ ਉਤਰਾਅ ਚੜ੍ਹਾਅ ਆਏ ਨੇ, ਉਹਦੇ ਬਾਰੇ ਵੀ ਅਸੀਂ ਅੱਜ ਗੱਲਬਾਤ ਕਰਾਂਗੇ। ਉਹ ਤੋਂ ਇਲਾਵਾ ਭਾਜਪਾ ਦੀ ਇੱਕ ਲੀਡਰ ਹੈ, ਉਹਦੀ ਕਿਸੇ ਨਾਲ ਲੜਾਈ ਹੋਈ ਹੈ, ਚਰਚਾ ਉਹ ਵੀ ਬੜੀ ਹੋ ਰਹੀ ਹੈ, ਗੱਲਬਾਤ ਉਹਦੇ ਬਾਰੇ ਵੀ ਕਰਦੇ ਹਾਂ। ਪਰ ਇਹਨਾਂ ਸਾਰੀਆਂ ਖਬਰਾਂ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਥਿੰਕ ਟੈਂਕ ਨੇ ਭਾਰਤ ਦੀ ਫਰੀडम ਦੀ ਰੇਟਿੰਗ ਘਟਾ ਦਿੱਤੀ ਆ। ਇਹ ਰੇਟਿੰਗ ਕਿਹੜੀ ਆ? ਨਵਜੀਤ ਜੀ, ਜਿਹੜੀ ਅੱਜ ਦੀ ਖਬਰ ਹੈ ਇਸ ਰੇਟਿੰਗ ਵਾਲੀ, ਇਹ ਅਸਲ 'ਚ ਅਮਰੀਕਾ ਦਾ ਇੱਕ ਗਲੋਬਲ ਥਿੰਕ ਟੈਂਕ ਹੈ ਜੀ। ਕਹਿਣ ਨੂੰ ਇੰਡੀਪੈਂਡੈਂਟ ਹੈ। ਇੱਥੇ ਸਾਡੇ ਭਾਰਤ ਵਿੱਚ ਵੀ ਬਹੁਤ ਸਾਰੀਆਂ NGO ਨੇ, ਨਾਨ ਗੌਰਮੈਂਟ ਆਰਗੇਨਾਈਜੇਸ਼ਨਸ, ਜਿਹੜੀਆਂ ਕੁਝ ਆਜ਼ਾਦ ਕੰਮ ਕਰਦੀਆਂ, ਕੁਝ ਸਰਕਾਰ ਦੀ ਫੰਡਿੰਗ ਹੋਣ ਕਰਕੇ ਸਰਕਾਰ ਦੇ ਅਸਰ ਥੱਲੇ ਕੰਮ ਕਰਦੀਆਂ। ਉਹ ਜਿਹੜਾ ਅਮਰੀਕਾ ਦਾ ਥਿੰਕ ਟੈਂਕ ਹੈ, ਉਹਨੂੰ ਅਮਰੀਕਾ ਦੀ ਸਰਕਾਰ ਤੋਂ ਫੰਡਿੰਗ ਹੁੰਦੀ। ਅਸਰ ਕਿੰਨਾ ਅਮਰੀਕਾ ਦੀ ਸਰਕਾਰ ਉਹ 'ਤੇ ਮੈਨੂੰ ਨਹੀਂ ਪਤਾ। ਉਹ ਹਰ ਸਾਲ ਇੱਕ ਲਿਸਟ ਜਾਰੀ ਕਰਦਾ ਕਿ ਕਿਹੜੇ ਕਿਹੜੇ ਦੇਸ਼ ਦੇ ਵਿੱਚ ਲੋਕਾਂ ਨੂੰ ਕਿੰਨੀ ਕੁ ਫਰੀडम ਹੈ ਜੀ, ਬੋਲਣ ਦੀ ਕਿੰਨੀ ਆਜ਼ਾਦੀ ਹੈ, ਧਰਮ ਦੀ ਪਾਲਣਾ ਦੀ ਕਿੰਨੀ ਆਜ਼ਾਦੀ ਹੈ। ਇਹ ਸਾਰੇ ਮਾਮਲੇ ਜਿਹੜੇ ਆ ਗਿਣ ਮਿਣ ਕੇ ਤੇ ਉਹਦੀ ਉਹ ਰੈਂਕਿੰਗ ਕਰਦੇ ਜੀ। ਪਿਛਲੇ ਸਾਲ ਸਾਡੀ ਰੈਂਕਿੰਗ ਸੀ 71, ਇਸ ਵਾਰੀ ਘਟਾ ਕੇ ਹੋ ਗਈ ਹੈ 67। ਆਮ ਤੌਰ 'ਤੇ ਰੈਂਕਿੰਗ ਹੋਵੇ ਤੇ 1 ਨੰਬਰ ਸਭ ਤੋਂ ਵਧੀਆ ਹੁੰਦਾ, 2 ਥੋੜ੍ਹਾ ਘੱਟ, 3 ਉਹ ਤੋਂ ਘੱਟ ਥੱਲੇ ਨੂੰ ਡਿੱਗਦੇ ਆ। ਇਹਦੇ ਵਿੱਚ ਇਹਨਾਂ ਦੀ ਰੈਂਕਿੰਗ ਇਹ ਆ ਕਿ 100 ਸਭ ਤੋਂ ਵਧੀਆ, ਉਹਦੇ ਤੋਂ ਜਿਉਂ-ਜਿਉਂ ਡਿੱਗਦੀ ਆਉਂਦੀ ਆ, ਇਹਦਾ ਮਤਲਬ ਬੁਰਾ ਹਾਲ ਹੈ। ਇੱਥੇ ਸਭ ਤੋਂ ਥੱਲੇ 1 ਨੰਬਰ ਜਿਹੜਾ, ਯਾਨੀ ਸਭ ਤੋਂ ਮਾੜੀ ਹਾਲਤ, ਉਹ ਜਾਂ ਸੀਰੀਆ ਦੀ ਆ ਜਾਂ ਚੀਨ ਦੇ ਕੰਟਰੋਲ ਵਾਲੇ ਤਿੱਬਤ ਦੀ ਆ। ਭਾਰਤ ਦੀ ਰੈਂਕਿੰਗ ਜਿਹੜੀ ਆ ਉਹ ਅੱਗੇ ਪਿਛਲੇ ਸਾਲ 71 ਸੀ, ਹੁਣ ਡਿੱਗ ਕੇ 67 ਰਹਿ ਗਈ ਹੈ। ਯਾਨੀ ਸਾਨੂੰ 4% ਦਾ, 4 ਰੈਂਕ ਦਾ ਨੁਕਸਾਨ ਭਾਰਤੀ ਲੋਕਾਂ ਨੂੰ ਹੋਇਆ। ਦੂਸਰੀ ਗੱਲ ਇਹ ਕਿ ਇਹਦੇ ਸੰਬੰਧ ਵਿੱਚ ਗਿਣਤੀਆਂ ਮਿਣਤੀਆਂ ਕਾਹਦੀਆਂ ਕੀਤੀਆਂ ਜਾਂਦੀਆਂ ਜੀ। ਕੁਝ ਇੱਕ ਸੈਕਟਰ ਹੁੰਦਾ ਜਿਹਨੂੰ ਫਰੀडम ਸੈਕਟਰ ਕਹਿੰਦੇ ਆ, ਉਹ ਤੋਂ ਥੱਲੇ ਹੁੰਦਾ ਪਾਰਟਲੀ ਫਰੀडम, ਉਹ ਤੋਂ ਥੱਲੇ ਹੋਰ ਡੈਮੇਜ ਫਰੀडम ਤੋਂ ਕਈ ਸੈਕਟਰ ਉਹਨਾਂ ਬਣਾਏ ਨੇ। ਅਸੀਂ ਅੱਗੇ ਫਰੀडम ਸੈਕਟਰ ਵਿੱਚ ਸਾਂ। ਹੁਣ ਉਹਨਾਂ ਸਾਡੀ ਰੈਂਕਿੰਗ ਦੇਖ ਕੇ ਭਾਰਤ ਦੀ ਇਹਨੂੰ ਪਾਰਟਲੀ ਫਰੀडम ਦੇ ਵਿੱਚ ਲਿਆਂਦਾ ਕਿ ਪੂਰੀ ਤਰ੍ਹਾਂ ਇੱਥੇ ਲੋਕਾਂ ਨੂੰ ਆਜ਼ਾਦੀ ਹੈ ਨਹੀਂ। ਸਭ ਤੋਂ ਵਧੀਆ 100/100 ਨੰਬਰ ਜਿਹੜੇ ਆ ਸਵੀਡਨ ਦੇ ਲੋਕਾਂ ਨੂੰ ਮਿਲੇ। 2-3 ਦੇਸ਼ ਆ ਜਿਨ੍ਹਾਂ ਨੂੰ ਮਿਲੇ, ਉਹਨਾਂ 'ਚ ਇੱਕ ਸਵੀਡਨ ਹੈ। ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਉਹਨਾਂ ਨੇ ਆਖਿਆ ਜੀ ਪੂਰੀ ਖੋਲ੍ਹਿਆ, ਸਰਕਾਰ ਦੀ ਨੁਕਤਾਚੀਨੀ ਕਰਨ, ਧਾਰਮਿਕ ਮਾਮਲਿਆਂ 'ਚ ਵੀ ਪੂਰੀ ਖੋਲ੍ਹਿਆ, ਵਿਆਹ ਸ਼ਾਦੀਆਂ ਦੀ ਵੀ ਪੂਰੀ ਖੋਲ੍ਹਿਆ, ਹਰ ਮਾਮਲੇ 'ਚ ਪੂਰੀ ਖੋਲ੍ਹਿਆ। 100/100 ਉਹਨਾਂ ਦੇ ਨੰਬਰ ਹੈ। ਇਹ ਨੰਬਰ ਨਾ ਅਮਰੀਕਾ ਦੇ ਆ ਨਾ ਬਰਤਾਨੀਆ ਦੇ, ਉਹ ਤਾਂ ਸਭ ਤੋਂ ਉੱਪਰ ਹੋ ਗਏ। ਅਸੀਂ ਜਿਹੜੇ ਬਾਕੀ ਲੋਕ ਉੱਪਰ ਚੜ੍ਹਦੇ ਆ, ਅਸੀਂ ਡਿੱਗ ਰਹੇ ਹਾਂ, 71 ਤੋਂ 67 'ਤੇ ਆ ਗਏ। ਅਗਲੀ ਗੱਲ ਇਹ ਕਿ ਜਦੋਂ ਭਾਰਤ ਫਰੀडम ਵਾਲਿਆਂ 'ਚੋਂ ਕੱਢ ਕੇ ਪਾਰਟਲੀ ਫਰੀडम 'ਚ ਪਾਉਂਦੇ ਆ ਤੇ ਫਿਰ ਕੋਈ ਕਾਰਨ ਦੱਸਣਾ ਪਏਗਾ। ਉਹਨਾਂ ਨੇ ਗਲੋਬਲ ਰੈਂਕਿੰਗ ਜਿਹੜੇ ਆਰਗੇਨਾਈਜੇਸ਼ਨ ਆ, ਥਿੰਕ ਟੈਂਕ ਹੈ, ਉਹਨਾਂ ਨੇ ਇਹ ਆਖਿਆ ਕਿ ਭਾਰਤ ਦੇ ਵਿੱਚ ਇੱਕ ਤਾਂ ਕੱਟੜਪੰਥੀ ਨੈਸ਼ਨਲਿਸਟ ਜਿਹੜੇ ਆ ਉਹ ਹਰ ਗੱਲ 'ਚ ਦਖਲ ਦਿੰਦੇ ਆ। ਦੂਜਾ, ਉਹਨਾਂ ਨੇ ਆਖਿਆ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਕੁਝ ਖਾਸ ਕਮਿਊਨਿਟੀਜ਼ ਦੇ ਉੱਤੇ ਪ੍ਰੈਸ਼ਰ ਵਧਿਆ। ਤੀਜਾ, ਉਹਨਾਂ ਨੇ ਆਖਿਆ ਜੀ ਪੱਤਰਕਾਰਾਂ 'ਤੇ ਪ੍ਰੈਸ਼ਰ ਵਧਿਆ। ਇਹ 2-3 ਗੱਲਾਂ ਜਿਹੜੀਆਂ ਆਖੀਆਂ ਨੇ, ਇਹਦੇ ਉੱਤੇ ਹੁਣ ਜਿਹੜੇ ਸਰਕਾਰ ਪੱਖੀ ਬੰਦੇ ਆ, ਕੋਈ ਕਹਿੰਦਾ ਨਹੀਂ ਜੀ ਇਹ ਤਾਂ ਐਵੇਂ ਸਾਡੀ ਬਦਨਾਮੀ ਕਰਨ ਵਾਲੀ ਗੱਲ ਹੈ, ਬਦਨਾਮੀ ਕਰ। ਤੁਸੀਂ ਆਪਣਾ ਘਰ ਸਾਂਭੋ। ਜੇ ਤੁਸੀਂ ਆਪਣਾ ਘਰ ਸਾਂਭਿਆ ਹੋਵੇ, ਬਿਨਾਂ ਵਜ੍ਹਾ ਤੁਹਾਡੀ ਬਦਨਾਮੀ ਕੌਣ ਕਰ ਜਾਏਗਾ? ਆਖਿਰਕਾਰ ਕੁਝ ਗੱਲਾਂ ਤਾਂ ਇੱਥੇ ਹੁੰਦੀਆਂ ਹੀ ਪਈਆਂ ਨੇ। ਸ਼ਾਹੀਨ ਬਾਗ ਤੋਂ ਲੈ ਕੇ ਤੇ ਕਿਸਾਨਾਂ ਦੇ ਮੁੱਦਿਆਂ ਤੱਕ, ਜੇ ਇੱਥੇ ਕੋਈ ਕਿਸਾਨਾਂ ਦੇ ਪੱਖ ਵਿੱਚ ਬੋਲਦਾ ਤੇ ਸਾਰੇ ਜਾਣੇ ਉਹਦੇ ਉੱਤੇ ਚੜ੍ਹਾਈ ਕਰ ਦਿੰਦੇ, ਇੱਕਦਮ ਉਹਨੂੰ ਬਦਨਾਮ ਕਰਨ ਵਾਲੀ ਮੁਹਿੰਮ ਚਲਾ ਦਿੰਦੇ ਆ। ਉੱਪਰੋਂ ਝੂਠਾ ਪ੍ਰਾਪੇਗੰਡਾ ਕੀਤਾ ਜਾਂਦਾ। ਜਿਹੜਾ ਪ੍ਰਾਪੇਗੰਡਾ ਸਰਕਾਰ ਦੇ ਨੇੜਲੇ ਬੰਦੇ ਕਰਦੇ ਆ, ਉਹਨੂੰ ਅੱਖਾਂ ਪਰੋਖਾ ਕਰ ਦਿੰਦੇ ਆ, ਪਰ ਦੂਸਰਿਆਂ ਦੇ ਉੱਤੇ ਝੂਠੇ ਪ੍ਰਾਪੇਗੰਡੇ ਦਾ ਬਿਨਾਂ ਵਜ੍ਹਾ ਵੀ ਕੇਸ ਪਾ ਦਿੰਦੇ ਆ। ਇਹ ਸਾਰੀਆਂ ਗੱਲਾਂ ਦੁਨੀਆ ਵੇਖਦੀ ਪਈ ਆ ਔਰ ਇਸ ਰੈਂਕਿੰਗ ਦੇ ਉੱਤੇ ਦੁਨੀਆ ਦੀ ਉਸ ਦੇਖਣੀ ਦਾ ਅਸਰ ਹੁੰਦਾ। ਪੰਨੂ ਸਾਹਿਬ, BJP ਦੀ ਇੱਕ ਲੀਡਰ ਆ, ਸੀਨੀਅਰ ਲੀਡਰ ਵਸੁੰਧਰਾ ਰਾਜੇ, ਉਹ ਸ਼ਕਤੀ ਪ੍ਰਦਰਸ਼ਨ ਕਰਨਾ ਸੀ ਪਰ ਉਹ ਤੋਂ ਪਹਿਲਾਂ ਹੀ ਲੜਾਈ ਹੋ ਗਈ ਆ, ਪਾਰਟੀ ਨਾਲ ਫਸ ਪਈ ਸ਼ਾਇਦ। ਇਹ ਕੀ ਕਹਾਣੀ ਆ ਪੂਰੀ? ਦੇਖੋ, ਅਜੇ ਤੱਕ ਪਬਲਿਕਲੀ ਇਹ ਗੱਲ ਨਹੀਂ ਆਈ ਜੀ, ਪਰ ਉੱਦਾਂ ਅੰਦਰੂਨੀ ਜਿਹੜੇ ਸਰੋਤ ਨੇ ਉਹ ਇਹ ਕਹਿੰਦੇ ਆ ਕਿ ਅੰਦਰ ਲੜਾਈ ਤੇਜ਼ ਹੈ ਜੀ। ਵਸੁੰਧਰਾ ਰਾਜੇ 2 ਵਾਰੀ ਮੁੱਖ ਮੰਤਰੀ ਬਣ ਚੁੱਕੀ ਹੈ। ਪਹਿਲਾਂ ਉੱਥੇ ਭੈਰੋਂ ਸਿੰਘ ਸ਼ੇਖਾਵਤ ਹੁੰਦਾ ਸੀ ਮੁੱਖ ਮੰਤਰੀ, ਉਹ ਵਾਜਪਾਈ ਸਾਹਿਬ ਦੇ ਬਹੁਤ ਨੇੜੇ ਸੀ। ਵਸੁੰਧਰਾ ਰਾਜੇ ਦੀ ਮਾਤਾ ਵਿਜੇ ਰਾਜੇ ਸਿੰਧੀਆ ਵੀ ਵਾਜਪਾਈ ਦੇ ਬਹੁਤ ਨੇੜੇ ਸੀ ਜੀ। ਉਹਨਾਂ ਨੇ ਆਖਿਆ ਕੁੜੀ ਨੂੰ ਪ੍ਰਮੋਟ ਕਰਨਾ। ਕੁੜੀ ਝਾਲਾਵਾੜ ਦੇ ਰਾਜ ਪਰਿਵਾਰ ਦੀ ਨੂੰਹ ਸੀ, ਪਿੱਛੋਂ ਗਵਾਲੀਅਰ ਦੇ ਰਾਜ ਘਰਾਣੇ ਦੀ ਧੀ ਸੀ।
ਉਹ ਜਿਹੜਾ ਜੋਤਿਰਾਦਿੱਤਿਆ ਸਿੰਧੀਆ ਕਾਂਗਰਸ ਛੱਡ ਕੇ ਹੁਣ ਭਾਜਪਾ 'ਚ ਚਲਾ ਗਿਆ, ਉਹਦੀ ਸਕੀ ਭੂਆ ਇਹ, ਜੀ। ਕੋਈ ਓਪਰੇ ਨਹੀਂ। ਉੱਥੋਂ ਗਵਾਲੀਅਰ ਦੇ ਰਾਜ ਘਰਾਣੇ 'ਚੋਂ ਆਈ ਹੈ। ਇੱਥੇ ਰਾਜਸਥਾਨ ਦੇ ਝਾਲਾਵਾੜ ਦੇ ਵਿੱਚ ਰਾਜ ਪਰਿਵਾਰ ਦੀ ਨੂੰਹ ਆ। ਜਿਹੜਾ ਦਾ ਪਤੀ ਆ ਉਹਨੂੰ ਤੁਸੀਂ ਅੱਧਾ ਰਾਜਸਥਾਨੀ ਕਹਿ ਲਓ, ਅੱਧਾ ਪੰਜਾਬੀ ਕਹਿ ਲਓ। ਸਾਡੇ ਪੰਜਾਬ ਦੇ ਇੱਕ ਰਾਜੇ ਦਾ ਪੁੱਤ ਸੀ ਉਹ, ਜੀ। ਪਰ ਉਹਦੇ ਨਾਨਕੇ ਸੀ ਝਾਲਾਵਾੜ। ਨਾਨੇ ਦੇ ਘਰ ਮੁੰਡਾ ਕੋਈ ਨਹੀਂ ਸੀ, ਉਹਨੇ ਨੂੰ ਅਡਾਪਟ ਕਰ ਲਿਆ ਤੇ ਝਾਲਾਵਾੜ ਦੀ ਰਿਆਸਤ ਦੇ ਦਿੱਤੀ, ਇਹ ਉਹਦੀ ਪਤਨੀ ਆ। ਹੁਣ ਇਹ ਜਿਹੜੀ ਆ, ਜਦੋਂ ਫਿਰ ਇਹਨੇ ਭੈਰੋਂ ਸਿੰਘ ਸ਼ੇਖਾਵਤ ਨੂੰ ਪਾਸੇ ਕਰਤਾ, ਇਹ ਮੁੱਖ ਮੰਤਰੀ ਬਣ ਗਈ, ਦੋਵਾਂ ਦਾ ਟਕਰਾਅ ਚੱਲ ਪਿਆ। ਜੀ। ਹਾਲਾਂਕਿ ਦੋਵੇਂ ਵਾਜਪਾਈ ਭਗਤ ਸਨ। ਉਹਦੇ ਵਿੱਚ ਵਾਜਪਾਈ ਇਹਨੂੰ ਪ੍ਰੋਟੈਕਟ ਕਰਦਾ ਰਿਹਾ, ਦਾ ਬਚਾਅ ਕਰਦਾ ਰਿਹਾ। ਜਦੋਂ ਦੀ ਨਰਿੰਦਰ ਮੋਦੀ ਸਰਕਾਰ ਆ ਗਈ, ਜੀ, ਉਹਨਾਂ ਨੇ ਇਹ ਸਮਝ ਕੇ ਕਿ ਵਾਜਪਾਈ ਭਗਤਾਂ ਚੋਂ ਆ, ਪੁਰਾਣਿਆਂ 'ਚ, ਇਹਨੂੰ ਤੰਗ ਕਰਨਾ ਸ਼ੁਰੂ ਕਰਤਾ। ਇਹ ਮੁੱਖ ਮੰਤਰੀ ਹੁੰਦੀ ਸੀ 2014 'ਚ, ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ। ਫਿਰ ਇੱਕ ਪੜਾਅ ਦੇ ਉੱਤੇ ਇਹਦੇ ਮੁੰਡੇ ਦੇ ਸਕੈਂਡਲ ਕੁਛ ਨਿਕਲ ਆਏ ਸਾਹਮਣੇ। ਜੀ। ਉਹਨਾਂ ਸਕੈਂਡਲਾਂ ਤੋਂ ਬਾਅਦ ਫਿਰ ਕੇਂਦਰ 'ਚ ਉਹਨਾਂ ਨੇ ਸਲਾਹ ਕਰ ਲਈ ਕਿ ਇਹਨੂੰ ਅਸੀਂ ਗੱਦੀ ਤੋਂ ਲਾਹ ਦੇਣਾ। ਪਰ ਇਹਨੂੰ ਆਖੇ ਕੌਣ? ਆਖਣ ਵਾਸਤੇ ਫਿਰ ਬੀਜੇਪੀ ਦਾ ਜਿਹੜਾ ਸਾਬਕਾ ਪ੍ਰਧਾਨ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਉਹਨੂੰ ਦਿੱਲੀ ਤੋਂ ਭੇਜਿਆ ਗਿਆ ਜੈਪੁਰ ਕਿ ਤੂੰ ਜਾ ਕੇ ਇਹਦੇ ਨਾਲ ਗੱਲ ਕਰ, ਤੇਰੀ ਗੱਲ ਸੁਣ ਲੂਗੀ, ਇਹਨੂੰ ਕਹਿ ਦੇ ਵੀ ਅਸਤੀਫਾ ਦੇ ਦੇ। ਜੀ। ਉਹ ਉੱਥੋਂ ਪੂਰੀ ਤਿਆਰੀ ਕਰਕੇ ਆਇਆ, ਰਾਜਸਥਾਨ ਜਾ ਕੇ ਇਹਦੇ ਨਾਲ 2 ਘੰਟੇ ਮੀਟਿੰਗ ਕੀਤੀ ਤੇ ਸਾਰੇ ਡਿੱਗਦੇ ਸੀ ਕਿ ਹੁਣ ਬਾਹਰ ਨਿਕਲ ਕੇ ਉਹ ਐਲਾਨ ਕਰੇਗਾ ਕਿ ਵਸੁੰਧਰਾ ਰਾਜੇ ਅਸਤੀਫਾ ਦੇ ਰਹੀ ਹੈ ਮੁੱਖ ਮੰਤਰੀ ਦੇ ਅਹੁਦੇ ਤੋਂ ਤੇ ਪਾਰਟੀ ਦਾ ਕਹਿਣਾ ਮੰਨੇਗੀ। ਜਦੋਂ 2 ਘੰਟਿਆਂ ਬਾਅਦ ਬਾਹਰ ਆਇਆ ਤੇ ਉਹਨੇ ਆ ਕੇ ਪ੍ਰੈਸ ਨੂੰ ਆਖਿਆ ਕਿ ਸਾਰੀ ਗੱਲਬਾਤ ਹੋ ਗਈ, ਇੱਥੇ ਕੋਈ ਮਤਭੇਦ ਹੈ ਹੀ ਨਹੀਂ, ਵਸੁੰਧਰਾ ਜੀ ਤਾਂ ਪੂਰੀ ਤਰ੍ਹਾਂ ਪਾਰਟੀ ਦੇ ਨਾਲ ਮਿਲ ਕੇ ਚੱਲਦੇ ਆ, ਤੁਹਾਨੂੰ ਕਿਹਨੇ ਕਹਿ ਦਿੱਤਾ ਕਿ ਪਾਰਟੀ 'ਚ ਮਤਭੇਦ ਆ? ਅਸਲ ਗੱਲ ਕੀ ਸੀ? ਉਹ ਮੀਡੀਆ 'ਚ ਆ ਗਈ ਕਿ ਵਸੁੰਧਰਾ ਰਾਜੇ ਨੇ ਆਖਿਆ ਤੁਸੀਂ ਮੇਰਾ ਅਸਤੀਫਾ ਲੈ ਲਓ, ਅੱਜ ਸ਼ਾਮ ਤੋਂ ਬਾਅਦ ਮੈਂ ਵੇਖਾਂਗੀ ਰਾਜਸਥਾਨ 'ਚ ਪਾਰਟੀ ਕਿੱਦਾਂ ਚੱਲਦੀ ਹੈ। ਇਹ ਉਹਨੇ ਧਮਕੀ ਦਿੱਤੀ ਕਿ ਨਹੀਂ ਦਿੱਤੀ, ਪਰ ਸਾਰੇ ਮੀਡੀਆ 'ਚ ਆ ਗਈ। ਜੀ। ਔਰ ਇਹਦੇ ਨਾਲ ਮੋਦੀ ਸਾਹਿਬ ਤੱਕ ਸਾਰੀ ਦੀ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਸੀ ਉਹਦੇ ਥੰਮ ਥਿੜਕ ਗਏ। ਫਿਰ ਉਹਨੂੰ ਜਦ ਤੱਕ ਉਹਦੀ ਟਨਿਓਰ ਸੀ, ਜਿੰਨਾ ਚਿਰ ਤੱਕ ਉਹ ਮੁੱਖ ਮੰਤਰੀ ਰਹੀ, ਇਹਨਾਂ ਦੁਬਾਰਾ ਛੇੜਿਆ ਨਹੀਂ। ਆ ਪਿਛਲੇ ਸਾਲ ਜਦੋਂ ਕਾਂਗਰਸੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਸਰਕਾਰ ਡੀਸਟੇਬਲਾਈਜ਼ ਕਰਦੇ ਪਏ ਸੀ ਭਾਜਪਾ ਵਾਲੇ, ਜੀ, ਸਚਿਨ ਪਾਇਲਟ ਨੂੰ ਅੱਗੇ ਲਾਇਆ ਸੀ। ਉਸ ਮੌਕੇ ਤੇ ਇਹ ਇਕੱਲੀ ਸੀ ਜਿਹੜੀ ਕਹਿੰਦੀ ਸੀ ਇਹ ਰਣਨੀਤੀ ਸਾਡੀ ਨਹੀਂ ਹੋਣੀ ਚਾਹੀਦੀ, ਅਸੀਂ ਕਾਂਗਰਸ ਦੀ ਸਰਕਾਰ ਜੇ ਡੀਸਟੇਬਲਾਈਜ਼ ਕਰਾਂਗੇ ਕੱਲ੍ਹ ਨੂੰ ਸਾਡੀ ਉਹ ਕਰਨਗੇ, ਕਿਉਂਕਿ ਇਹਨੂੰ ਪਤਾ ਕਿ ਸਰਕਾਰ ਬਣੀ ਤੇ ਮੁੱਖ ਮੰਤਰੀ ਮੈਂ ਹੀ ਬਣਨਾ। ਜੀ। ਇਹ ਫਿਰ ਕੱਲੀ ਅੜੀ ਰਹੀ, ਇਹਨੇ ਆਖਿਆ ਅਸੀਂ ਇਸ ਤਰ੍ਹਾਂ ਨਹੀਂ ਕਰਨਾ। ਹੁਣ ਪਾਰਟੀ ਦੇ ਅੰਦਰ ਟਕਰਾਅ ਫਿਰ ਹੈ, ਅੰਦਰ ਪਤਾ ਲੱਗਾ ਵੀ ਲੜਾਈ ਵਾਹਵਾ ਹੋ ਗਈ ਹੈ। ਉਸ ਲੜਾਈ ਨੂੰ ਧਿਆਨ 'ਚ ਰੱਖ ਕੇ ਇਹਨੇ 8 ਮਾਰਚ ਨੂੰ, ਜਿਸ ਦਿਨ ਵਿਮਨਸ ਡੇ ਆ, ਜੀ, ਉਸੇ ਦਿਨ ਦਾ ਬਰਥਡੇ, ਇਹ ਕਹਿੰਦੀ ਮੈਂ ਬਰਥਡੇ ਪਾਰਟੀ ਕਰਨੀ ਆ। ਉਹਦੇ ਉੱਤੇ ਇਹਨਾਂ ਨੇ ਸਾਰੇ ਐਮਐਲਏ ਜਿਹੜੇ ਰਾਜਸਥਾਨ ਦੇ ਆ, ਸਾਬਕਾ ਐਮਐਲਏ ਆ, ਜੀ, ਸਾਬਕਾ ਐਮਪੀ ਆ, ਮੌਜੂਦਾ ਐਮਪੀ ਆ, ਸਾਬਕਾ ਮੰਤਰੀ ਆ, ਸਾਰਿਆਂ ਨੂੰ ਸੱਦ ਲਿਆ। ਹੁਣ ਉੱਥੇ ਰਫੜ ਇਸ ਗੱਲ ਦਾ ਵੀ ਜਿਹੜਾ ਮੋਦੀ ਧੜਾ ਕਿਹਾ ਇਹ ਜਾਂਦਾ ਕਿ ਹਾਈ ਕਮਾਂਡ ਦਾ ਧੜਾ ਇਹ ਕਹਿੰਦਾ ਕਿ ਤੁਸੀਂ ਉੱਥੇ ਨਾ ਜਾਇਓ, ਨਹੀਂ ਤਾਂ ਤੁਹਾਡੇ ਤੇ ਹਾਈ ਕਮਾਂਡ ਨਾਰਾਜ਼ ਹੋ। ਦੂਜਾ ਧੜਾ ਇਹ ਕਹਿੰਦਾ ਕਿ ਅਸੀਂ ਜਾਣਾ ਹੀ ਜਾਣਾ। ਇਹਦੇ ਉੱਤੇ ਹੁਣ ਸਾਰਾ ਜ਼ੋਰ ਲੱਗਦਾ ਪਿਆ ਦੋ ਧਿਰਾਂ ਦਾ ਕਿ ਉੱਥੇ ਉਸ ਦਿਨ ਵਸੁੰਧਰਾ ਰਾਜੇ ਦੇ ਜਨਮ ਦਿਨ ਤੇ ਇਕੱਠ ਕਿੰਨਾ ਕੁ ਹੁੰਦਾ ਕਿ ਨਹੀਂ ਹੁੰਦਾ। ਅਜੇ ਤੱਕ ਦੀਆਂ ਜਿਹੜੀਆਂ ਰਿਪੋਰਟਾਂ ਉਹ ਇਹ ਆ ਕਿ ਰਾਜਸਥਾਨ ਦੇ ਵਿੱਚ ਇੱਕ ਪਾਸੇ ਸਾਰੀ ਪਾਰਟੀ ਤੇ ਇੱਕ ਪਾਸੇ ਇਕੱਲੀ ਵਸੁੰਧਰਾ ਰਾਜੇ ਭਾਰੂ ਆ, ਤੇ ਉਹ ਇੰਨੀ ਭਾਰੂ ਆ ਕਿ ਹਾਈ ਕਮਾਂਡ ਵਾਲੇ ਜਿੰਨਾ ਜ਼ੋਰ ਲਾਉਣਾ ਲਾ ਲੈਣ, ਜਿੰਨਾ ਰੋਕਣਾ ਰੋਕ ਲੈਣ। ਜਦੋਂ ਆਈ ਤੇ ਆ ਗਈ ਤੇ ਉਹਨੇ ਇੰਨੇ ਐਮਐਲਏ, ਸਾਬਕਾ ਐਮਐਲਏ, ਮੰਤਰੀ, ਸਾਬਕਾ ਮੰਤਰੀ, ਐਮਪੀ, ਸਾਬਕਾ ਮੰਤਰੀ ਇੰਨੇ ਉਹਨੇ ਇਕੱਠੇ ਕਰ ਦੇਣੇ ਆ ਕਿ ਭਾਜਪਾ ਦੀ ਲੀਡਰਸ਼ਿਪ ਜਿਹੜੀ ਆ ਉਹਨੇ ਉਹਦੇ ਅੱਗੇ ਕੁਸਕ ਨਹੀਂ ਸਕਣਾ। ਹੁਣ ਬਾਕੀ ਤਾਂ ਸਾਰਾ ਕੁਝ ਅੱਜ 6 ਤਰੀਕ ਹੋ ਗਈ ਆ, ਪਰਸੋਂ 8 ਨੂੰ ਪਤਾ ਲੱਗ ਜੂ, ਪਰ ਮੁੱਢਲੀਆਂ ਰਿਪੋਰਟਾਂ ਇਹ ਆ ਕਿ ਅਜੇ ਤੱਕ ਭਾਰੂ ਆ। ਪਰ ਸਾਹਿਬ ਕਿਸਾਨ ਅੰਦੋਲਨ ਸਿਖਰ ਤੇ ਅੱਪੜ ਗਿਆ, ਹੁਣ 100 ਦਿਨ ਪੂਰੇ ਹੋ ਜਾਣੇ ਆ, ਬੜੇ ਉਤਰਾ ਚੜਾ ਆਏ, ਕਿਵੇਂ ਦੇਖਦੇ ਹੋ ਹੁਣ ਆਉਣ ਵਾਲੇ ਸਮੇਂ ਵਿੱਚ ਕੀ ਹੋ ਸਕਦਾ ਹੈ? ਅੱਜ ਜਿਸ ਤਰ੍ਹਾਂ KMP ਐਕਸਪ੍ਰੈਸ ਵੇ ਉੱਤੇ ਰੋਕੀ ਗਈ, ਟ੍ਰੈਫਿਕ ਰੋਕੀ ਗਈ, ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ? ਦੇਖੋ KMP ਐਕਸਪ੍ਰੈਸ ਵੇ ਜਿਹੜੇ ਲੋਕ ਚਿਰਾਂ ਦੇ ਬਾਹਰ ਗਏ ਆ ਉਹਨਾਂ ਨੂੰ ਪਤਾ ਨਹੀਂ, ਇੱਥੋਂ ਵਾਲਿਆਂ ਵੀ ਬਹੁਤਿਆਂ ਨੂੰ ਪਤਾ ਨਹੀਂ ਜੀ। ਜਦੋਂ ਇੱਥੋਂ ਜਲੰਧਰ ਵੱਲੋਂ ਜਾਂਦੇ ਆ, ਲੁਧਿਆਣੇ ਅੰਬਾਲੇ ਵੱਲੋਂ ਜਾਂਦੇ ਆ, ਜੀ, ਦਿੱਲੀ ਵੜਨ ਤੋਂ ਪਹਿਲਾਂ ਕੁੰਡਲੀ ਬਾਰਡਰ ਆਉਂਦਾ, ਉੱਥੋਂ ਕੁੰਡਲੀ ਬਾਰਡਰ ਤੋਂ ਸੱਜੇ ਪਾਸੇ ਨੂੰ ਦੱਖਣ ਵੱਲ ਨੂੰ ਇੱਕ ਐਕਸਪ੍ਰੈਸ ਵੇ ਆ, 6 ਲੇਨ, 3 ਲਾਈਨਾਂ ਸੜਕਾਂ ਜਾਣ ਵਾਲੀਆਂ, 3 ਆਉਣ ਵਾਲੀਆਂ ਜੀ। ਉਹ 6 ਲੇਨ ਐਕਸਪ੍ਰੈਸ ਵੇ ਨਵਾਂ ਬਣਿਆ, ਉਹ ਉੱਥੋਂ ਜਾਂਦਾ ਮਾਨੇਸਰ, ਮਾਨੇਸਰ ਤੋਂ ਅੱਗੇ ਮਾਨੇਸਰ ਚਲਾ ਜਾਂਦਾ ਇਹਦੇ ਗੁੜਗਾਉਂ ਦੇ ਲਾਗੇ, ਇੱਥੋਂ ਅੱਗੇ ਜਾ ਕੇ ਤੇ ਫਿਰ ਉਹ ਪਲਵਲ ਕੋਲ ਪਹੁੰਚਦਾ ਜੀ, ਪਲਵਲ ਫਰੀਦਾਬਾਦ ਦੇ ਕੋਲ, ਉੱਥੋਂ ਤੱਕ ਪਹੁੰਚਦਾ ਹੈ। ਇਹ ਕੁੱਲ 135 ਕਿਲੋਮੀਟਰ ਦਾ। ਕਿਸਾਨਾਂ ਨੇ 26 ਨਵੰਬਰ ਨੂੰ ਆਪਣਾ ਧਰਨਾ ਦਿੱਲੀ ਸ਼ੁਰੂ ਕਰਨਾ ਸੀ, ਗਏ ਤੇ 2 ਦਿਨਾਂ ਵਾਸਤੇ ਸੀ, ਉੱਥੇ ਟਕਰਾਅ ਹੋ ਗਿਆ ਤੇ ਮੁੜ ਕੇ ਪੱਕਾ ਧਰਨਾ ਲਾ ਕੇ ਬਹਿ ਗਏ। ਬਿਲਕੁਲ। ਇਹ 2 ਦਿਨਾਂ ਵਾਸਤੇ ਗਏ ਸੀ।
ਨਵੰਬਰ ਨੂੰ ਸ਼ੁਰੂ ਕਰਨਾ ਸੀ, ਪਰ ਇਹ ਕਾਹਲੇ ਕਿਸਾਨ ਇੱਕ ਦਿਨ ਪਹਿਲਾਂ 25 ਨਵੰਬਰ ਨੂੰ ਜਾ ਕੇ ਬੈਠ ਗਏ। ਜੀ ਉਦੋਂ ਤੋਂ ਲੈ ਕੇ ਦਿਨ ਗਿਣਿਆ ਅੱਜ 100 ਦਿਨ ਬਣਦੇ ਆ। ਕਿਸਾਨਾਂ ਦੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਕਿ ਕਿਉਂਕਿ ਨਰਿੰਦਰ ਮੋਦੀ ਸਰਕਾਰ ਕੋਈ ਪਰਵਾਹ ਨਹੀਂ ਕਰਦੀ ਪਈ, ਜੀ ਇਸ ਵੇਲੇ ਸਾਡੇ ਨਾਲ ਗੱਲ ਨਹੀਂ ਕਰਦੀ। ਇੱਕ ਤਾਂ ਅਸੀਂ 5 ਰਾਜ ਜਿਨ੍ਹਾਂ 'ਚ ਚੋਣਾਂ ਹੁੰਦੀਆਂ ਪਈਆਂ, ਉਹਨਾਂ ਸਾਰਿਆਂ ਦੇ ਵਿੱਚ ਜਾ ਕੇ ਤੇ ਲੋਕਾਂ ਨਾਲ ਗੱਲਾਂ ਕਰਾਂਗੇ ਕਿ ਸਰਕਾਰ ਬਹੁਤ ਮਾੜੀ ਹੈ, ਕਿਸਾਨਾਂ ਦੇ ਖਿਲਾਫ ਆ, ਖਪਤਕਾਰਾਂ ਆਮ ਲੋਕਾਂ ਦੇ ਖਿਲਾਫ ਆ, ਤੇ ਇਹਨੂੰ ਵੋਟ ਨਾ ਪਾਓ। ਦੂਜਾ ਉਹਨਾਂ ਨੇ ਸੱਦਾ ਦਿੱਤਾ ਸੀ ਕਿ ਅਸੀਂ ਜਦੋਂ ਸਾਡੇ 100 ਦਿਨ ਪੂਰੇ ਹੋਣਗੇ 6 ਮਾਰਚ ਨੂੰ ਕੁੰਡਲੀ ਮਾਨੇਸਰ ਪਲਵਲ ਜਿਹੜਾ ਐਕਸਪ੍ਰੈਸਵੇ ਦਿੱਲੀ ਦੇ ਘੇਰੇ ਘਿਰਿਆ, ਇਹਦੇ 135 ਕਿਲੋਮੀਟਰ ਦੇ ਇਸ ਪੈਂਡੇ ਨੂੰ, ਇਹ ਜਿਹੜੀ ਪੱਟੀ ਹੈ, ਸਟੈਚ ਆ, ਇਹਨੂੰ ਸਾਰੀ ਨੂੰ ਜਾਮ ਕਰਾਂਗੇ ਤੇ ਕੋਈ ਚੀਜ਼ ਨਹੀਂ ਲੰਘਣ ਦੇਣੀ। ਜੀ ਐਂਬੂਲੈਂਸ ਭਾਵੇਂ ਲੰਘ ਜਾਵੇ, ਬਾਕੀ ਕੁਛ ਨਹੀਂ ਲੰਘਣ ਦੇਣਾ। ਉਹ ਅੱਜ ਉਹਨਾਂ ਨੇ ਜਾਮ ਕੀਤਾ ਪਿਆ, ਕਰਨਾ ਸਿਰਫ 6 ਘੰਟੇ ਲਈ। ਉਹ ਹੁਣ ਤਾਂ ਖੁੱਲ੍ਹ ਗਿਆ ਹੋਵੇਗਾ। ਉਹ ਉਹਨਾਂ ਨੇ ਇੱਕ ਕਿਸਮ ਦਾ ਸੰਕੇਤਕ ਤੌਰ ਤੇ ਸਰਕਾਰ ਨੂੰ ਇਹ ਦੱਸਿਆ ਕਿ ਤੁਸੀਂ ਇਹ ਨਾ ਸਮਝੋ ਕਿ ਸਾਡਾ ਹੱਥ ਟੁੱਟ ਗਿਆ, ਅਸੀਂ ਆਪਣੇ ਹੱਥ ਤੇ ਕਾਇਮ ਹਾਂ, ਲੜਾਈ ਸਾਡੀ ਚੱਲਦੀ ਹੈ। ਸਰਕਾਰ 100 ਦਾ ਘਾਹ ਵਰਤ ਲਵੇ, ਉਹ ਕਿਸਾਨਾਂ ਨੂੰ ਆਪਣੇ ਫੈਸਲੇ ਤੋਂ ਹਿਲਾ ਨਹੀਂ ਸਕੀ। ਇਹ ਤਾਂ ਕੱਲ੍ਹ ਪੰਜਾਬ ਦੀ ਅਸੈਂਬਲੀ ਵਿੱਚ ਵੀ ਕਾਂਗਰਸੀਆਂ ਨੇ, ਅਕਾਲੀਆਂ ਨੇ, ਆਮ ਆਦਮੀ ਪਾਰਟੀ ਨੇ, ਲੋਕ ਇਨਸਾਫ ਪਾਰਟੀ ਨੇ, ਸਾਰਿਆਂ ਨੇ ਆਖਿਆ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਬਹੁਤ ਜ਼ਿਆਦਤੀ ਕਰ ਰਹੀ ਹੈ। ਔਰ ਇਹ ਵੀ ਆਖਿਆ ਕਿ ਸਰਕਾਰ ਜਿਸ ਦਾ ਚੁੱਪ ਵੱਟ ਕੇ ਬੈਠ ਗਈ ਹੈ, ਕਿਸਾਨਾਂ ਨੂੰ ਜਲੀਲ ਕਰਦੀ ਪਈ ਹੈ, ਮਹਿੰਗਾ ਪੈ ਸਕਦਾ। ਕਿਸਾਨ ਗੁੱਸੇ 'ਚ ਆ ਕੇ ਕੀ ਕਰ ਸਕਦੇ ਆ, ਉਹਦੀ ਅੱਜ ਇੱਕ ਝਲਕ ਉਹਨਾਂ ਨੇ ਦਿੱਤੀ ਹੈ। ਬਾਕੀ ਅਗਲਿਆਂ ਦਿਨਾਂ 'ਚ ਉਹਨਾਂ ਨੇ ਜਦੋਂ 5 ਰਾਜਾਂ ਦੇ ਵਿੱਚ ਪ੍ਰਚਾਰ ਕਰਨ ਜਾਣਾ, ਉੱਥੇ ਵੀ ਮਿਲੂ, ਔਰ ਕੁਝ ਉਹਨਾਂ ਨੇ ਨਵੇਂ ਪੈਂਤੜੇ ਵੀ ਪਤਾ ਲੱਗਾ ਕਿ ਤੈਅ ਕੀਤੇ। ਪਰ ਸਾਹਿਬ, ਕਰੋਨਾ ਦੇ ਕੇਸ ਫਿਰ ਤੋਂ ਵੱਧ ਰਹੇ ਨੇ, ਪੰਜਾਬ ਵਿੱਚ ਵੀ ਹਾਲਾਤ ਗੰਭੀਰ ਹੁੰਦੇ ਜਾ ਰਹੇ ਨੇ ਤੇ ਜਲੰਧਰ ਵਿੱਚ ਰਾਤ ਦਾ ਕਰਫਿਊ ਲਗਾਇਆ ਗਿਆ। ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ 'ਚ ਕੁਝ ਹੋਰ ਵੀ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ? ਕੁਝ ਲੋਕ ਇਸ ਗੱਲ ਤੇ ਬੜਾ ਇਤਰਾਜ਼ ਕਰਦੇ ਆ ਕਿ ਕਰਫਿਊ ਰਾਤ ਦਾ ਕਿਉਂ, ਜੀ ਇਹ ਕਰੋਨਾ ਕਿਤੇ ਹਨੇਰੇ 'ਚ ਤੁਰਿਆ ਫਿਰਦਾ। ਕਾਫੀ ਇਹ ਗੱਲ ਨਹੀਂ ਗੀ। ਗੱਲ ਇਹ ਆ ਕਿ ਰਾਤ ਨੂੰ ਜਿਹੜੀਆਂ ਪਾਰਟੀਆਂ ਹੁੰਦੀਆਂ, ਲੇਟ ਨਾਈਟ ਪਾਰਟੀ, ਉਹਨਾਂ ਦੇ ਵਿੱਚ ਕੋਈ ਪ੍ਰੀਕਾਸ਼ਨਸ ਨਹੀਂ ਲੈ ਜਾਂਦੇ। ਜਿਹੜੇ ਲੋਕ ਦਿਨੇ 1 ਮੀਟਰ ਦਾ ਫਾਸਲਾ ਰੱਖਦੇ, 1 ਮੀਟਰ ਨਾ ਵੀ ਰੱਖਣ ਤੇ 2 ਫੁੱਟ ਦਾ ਰੱਖ ਲੈਂਦੇ ਆ। ਜੀ ਰਾਤ ਦੀਆਂ ਪਾਰਟੀਆਂ 'ਚ ਖਾਧੀ ਪੀਤੀ ਹੁੰਦੀ ਆ, ਕੋਈ ਫਾਸਲਾ ਨਹੀਂ ਰੱਖਦਾ। ਬਿਲਕੁਲ। ਰਾਤ ਨੂੰ ਖੁੱਲ੍ਹਾ ਤੁਰਨ ਫਿਰਨ, ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਜਿਹਦਾ ਕਰਕੇ ਇਹ ਯੂਰਪ ਤੋਂ ਕਨਸੈਪਟ ਚੱਲਿਆ ਸੀ ਕਿ ਰਾਤ ਦੀਆਂ ਪਾਰਟੀਆਂ ਰੋਕਣੀਆਂ ਤੇ ਪਹਿਲਾਂ ਰਾਤ ਦਾ ਕਰਫਿਊ ਲਾਓ, ਫਿਰ ਦਿਨੇ ਵੀ ਥੋੜ੍ਹੀਆਂ ਥੋੜ੍ਹੀਆਂ ਪਾਬੰਦੀਆਂ ਲਾਓ। ਭਾਰਤ ਵਿੱਚ ਕਰੋਨਾ ਦੇ ਕੇਸ ਇੱਕ ਵਾਰੀ ਕੰਟਰੋਲ 'ਚ ਆਉਣ ਤੋਂ ਬਾਅਦ ਦੁਬਾਰਾ ਵਧਣੇ ਸ਼ੁਰੂ ਹੋਏ। ਜਿਹੜੇ ਰਾਜਾਂ ਵਿੱਚ ਵਧਣੇ ਸ਼ੁਰੂ ਹੋਏ ਆ, ਮਹਾਰਾਸ਼ਟਰ, ਕੇਰਲਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਦਿੱਲੀ, ਜੰਮੂ ਕਸ਼ਮੀਰ। ਸਾਡਾ ਪੰਜਾਬ ਉਹਨਾਂ 'ਚ ਆਉਂਦਾ। ਜੇ ਪੰਜਾਬ ਉਹਨਾਂ 'ਚ ਆਉਂਦਾ ਤੇ ਪੰਜਾਬ ਦੀ ਸਰਕਾਰ ਨੇ ਤਾਂ 2 ਹਫ਼ਤੇ ਪਹਿਲਾਂ ਕਹਿ ਦਿੱਤਾ ਸੀ ਕਿ ਅਜੇ ਇਹ ਨਹੀਂ ਆਖਿਆ ਕਿ ਉਹ ਬ੍ਰਿਟੇਨ ਤੋਂ ਨਵਾਂ ਸਟ੍ਰੇਨ ਇੱਥੇ ਆ ਗਿਆ। ਇਹ ਆਖਿਆ ਕਿ ਹਾਲਾਤ ਵਿਗੜਨ ਵਾਲੇ ਪਾਸੇ ਨੂੰ ਜਾ ਰਹੇ ਆ, ਕੱਲ੍ਹ ਨੂੰ ਕਿਸੇ ਵਕਤ ਕੁਝ ਵੀ ਹੋ ਸਕਦਾ। ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਆਪਣਾ ਸੈਲਫ ਡਿਸਿਪਲਿਨ ਲਾਗੂ ਕਰੋ, ਸਰਕਾਰ ਨੂੰ ਸਖਤੀ ਕਰਕੇ ਤੁਹਾਨੂੰ ਘਰਾਂ 'ਚ ਨਾ ਵਾੜਨਾ ਪਵੇ। ਇਸ ਕਰਕੇ ਬਿਹਤਰ ਹੈ ਕਿ ਤੁਸੀਂ ਆਪ ਸਾਰੇ ਜਣੇ ਆਪੋ ਆਪਣੀ ਥਾਂ ਦੇ ਉੱਤੇ ਡਿਸਿਪਲਿਨ ਦੇ ਨਾਲ ਰਹੋ, ਹੱਦਾਂ 'ਚ ਰਹੋ, ਖਿਲਾਰਾ ਨਾ ਪਾਓ, ਇੱਧਰ ਉੱਧਰ ਬੇਲੋੜਾ ਨਾ ਘੁੰਮੋ। ਸੋ ਉਹਦੇ ਨਾਲ ਹੁਣ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਕਿ ਰਾਤ ਦਾ ਕਰਫਿਊ ਲਾਗੂ ਕੀਤਾ ਜਾਵੇਗਾ। ਕਿੰਨੇ ਦਿਨਾਂ ਵਾਸਤੇ ਹੈ, ਕਿੰਨੀ ਹੱਦ ਤੱਕ ਹੈ, ਕਿਸ ਕਿਸਮ ਦਾ, ਇਹ ਤਾਂ ਪੂਰੀਆਂ ਡਿਟੇਲਸ ਅਜੇ ਮੈਂ ਨਹੀਂ ਪੜ੍ਹੀਆਂ। ਇੰਨਾ ਪਤਾ ਲੱਗਿਆ ਕਿ ਸਰਕਾਰ ਨੂੰ ਲੱਗਦਾ ਕਿ ਕਰੋਨਾ ਵਾਇਰਸ ਨੂੰ ਕੰਟਰੋਲ ਕਰਨ ਵਾਸਤੇ ਕੁਝ ਨਾ ਕੁਝ ਕਰਨਾ ਪੈਣਾ। ਇਹ ਉਹਦੀ ਸ਼ੁਰੂਆਤ ਹੈ। ਜੇ ਲੋਕੀ ਮੰਨ ਲੈਣਗੇ ਤਾਂ ਠੀਕ ਹੈ, ਨਹੀਂ ਤਾਂ ਅਗਲਿਆਂ ਦਿਨਾਂ ਵਿੱਚ ਇਹਦੇ ਤੋਂ ਵੱਧ ਵੀ ਸਖਤੀ ਵਾਲਾ ਰਾਹ ਸਰਕਾਰ ਨੂੰ ਅਪਣਾਉਣਾ ਪੈ ਸਕਦਾ। ਅਜੇ ਸਾਡੇ ਲੋਕ ਚੁਸਤੀਆਂ ਕਰਨੋਂ ਹਟਦੇ ਨਹੀਂ। ਮਾਫ ਕਰਨਾ, ਜੇ ਸਰਕਾਰ ਨੇ ਕਹਿ ਦਿੱਤਾ ਕਿ ਇਨਡੋਰ ਪਾਰਟੀ ਜੇ ਕਰਨੀ ਆ ਤਾਂ 100 ਤੋਂ ਵੱਧ ਬੰਦੇ ਨਹੀਂ ਚਾਹੀਦੇ, ਆਊਟਡੋਰ ਦੇ 200 ਤੋਂ। ਮੈਨੂੰ ਪਤਾ ਪੈਲਸਾਂ 'ਚ ਕੀ ਹੋ ਰਿਹਾ। ਪੈਲਸ ਦੇ ਵਿੱਚ 100 ਬੰਦੇ ਹੀ ਆਖਿਆ ਗਿਆ ਨਾ, ਇਹ ਤਾਂ ਨਹੀਂ ਆਖਿਆ ਪੈਲਸ ਕਿੱਡਾ ਹੋਵੇ। ਉਹ ਕੀ ਕਰਦੇ ਆ ਕਿ ਇੱਕੋ ਪੈਲਸ ਦੇ ਵਿੱਚ ਪਾਰਟੀਸ਼ਨ ਕਰਕੇ 100 ਉਧਰ ਤੇ 100 ਉਧਰ, ਦੋਵੇਂ ਪਾਸੇ 100 ਕਰਕੇ ਤੇ 200 ਕਰ ਦਿੰਦੇ ਆ, ਤੇ ਵਿੱਚੋਂ ਰਾਹ ਰੱਖ ਲੈਂਦੇ ਵੀ ਉਧਰ ਵੀ ਤੁਰੇ ਜਾਓ, ਇੱਧਰ ਵੀ ਤੁਰੇ ਜਾਓ, ਉਹ ਖਾਣਾ ਉਧਰ ਲੱਗਾ, ਉਹ ਖਾਣਾ ਉਧਰ ਲੱਗਾ, ਸਾਰਾ ਕੁਝ ਉਧਰ ਆ। 200 ਦੀ ਪਾਰਟੀ ਕੀਤੀ ਇੱਕੋ ਪੈਲਸ ਵਿੱਚ ਆ, ਪਰ ਇੱਕ ਕਰਨ ਦੇ ਬਜਾਏ 2 ਪਾਰਟੀਆਂ ਬੁੱਕ ਕਰ ਲਈਆਂ, ਵਿਚਾਲਿਓ ਪਾਰਟੀਸ਼ਨ ਕਰ ਦਿੱਤਾ। ਉੱਦਾਂ ਆਉਣ ਜਾਣ ਨੂੰ ਰਾਹ ਸਾਰਾ ਖੁੱਲ੍ਹਾ ਹੀ ਹੈ। ਤੇ ਬਸ ਸਰਕਾਰ ਦੀਆਂ ਜਿਹੜੀਆਂ ਕਾਨੂੰਨੀ ਕਾਰਵਾਈਆਂ, ਹਦਾਇਤਾਂ, ਰੂਲ ਅਸੂਲ ਸਾਰੇ ਆ, ਉਹਨਾਂ ਨੂੰ ਝਕਾਨੀ ਦੇਣ ਦਾ, ਅੱਖ ਮਟੱਕਾ ਕਰਨ ਦਾ ਰਾਹ ਸਾਡੇ ਲੋਕਾਂ ਨੇ ਪਹਿਲਾਂ ਹੀ ਕੱਢ ਲਿਆ। ਮਤਲਬ ਇਹ ਹੈ ਕਿ ਸਰਕਾਰ ਜੋ ਮਰਜ਼ੀ ਕਰਦੀ ਰਹੇ, ਸਾਨੂੰ ਪਰਵਾਹ ਨਹੀਂ। ਭਾਰਤੀ ਫੌਜ ਦੇ ਕੈਪਟਨ ਸੰਜੀਤ, ਉਹਨਾਂ ਦੀ ਮਾਤਾ ਨੇ ਸੁਪਰੀਮ ਕੋਰਟ ਦਾ ਰਸਤਾ ਦੇਖਿਆ ਹੁਣ ਕਿ ਉੱਥੇ ਜ਼ਰੂਰਤ ਪਈ ਉਹਨਾਂ ਨੂੰ ਜਾਣ ਦੀ, ਇਹ ਕਿਉਂ? ਜੀ ਸੰਜੀਤ ਭੱਟਾਚਾਰੀਆ ਭਾਰਤੀ ਫੌਜ ਦਾ ਕੈਪਟਨ ਆ। ਉਹ ਗੁਜਰਾਤ ਦੇ ਕੱਛ ਇਲਾਕੇ ਵਿੱਚ
ਉਦੋਂ ਗਸ਼ਤ ਉੱਤੇ ਸੀ। ਜੀ ਕੱਛ ਦੇ ਇਲਾਕੇ 'ਚ ਦਲਦਲ ਹੈ, ਲੋਕਾਂ ਨੂੰ ਪਤਾ ਨਹੀਂ ਦਲਦਲ ਕੀ ਹੁੰਦੀ ਹੈ। ਦਲਦਲ ਮਿੱਟੀ ਤੇ ਪਾਣੀ ਰਲਾ ਕੇ ਇਸ ਕਿਸਮ ਦਾ ਗਾਰਾ ਜਿਹਾ ਬਣਿਆ ਹੁੰਦਾ, ਇੱਕ ਕਿਸਮ ਦੀ ਜੈਲ, ਜੀ ਜੇ ਕੋਈ ਸੰਘਣੀ ਜਿਹੜਾ ਕਾੜਾ ਜਿਹਾ ਹੋਵੇ ਉਹਦੇ ਵਰਗਾ ਹੁੰਦਾ। ਉਹਦੇ ਵਿੱਚ ਬੰਦਾ ਜਦ ਪੈਰ ਆ ਜਾਵੇ, ਨਾ ਤਾਂ ਤਰ ਸਕਦਾ, ਨਾ ਕਿਸੇ ਚੀਜ਼ ਨੂੰ ਹੱਥ ਪਾ ਸਕਦਾ। ਹੌਲੀ 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 ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ, ਥੱਲੇ ਖੁੱਬਦਾ ਜਾਂਦਾ ਤੇ ਖੁੱਬਦਾ ਖੁੱਬਦਾ ਜਾ ਕੇ ਉਹਦੇ ਵਿੱਚ ਹੀ ਗਰਕ ਹੋ ਜਾਂਦਾ। ਜੀ ਇਹ ਉਸ ਇਲਾਕੇ ਵਿੱਚ ਭਾਰਤ ਦੀ ਜਿਹੜੀ ਲਾਈਨ ਆ, ਬਾਰਡਰ ਲਾਈਨ, ਉਹਦੇ ਉੱਤੇ ਗਸ਼ਤ ਕਰਦਾ ਪਿਆ ਸੀ। ਉਸ ਗਸ਼ਤ ਕਰਦਿਆਂ 'ਚੋਂ ਇਹਨਾਂ ਦੀ ਇੱਕ ਟੁਕੜੀ ਦੇ ਵਿੱਚੋਂ ਇਹਨੂੰ ਕਿਹਾ ਜਾਂਦਾ ਕਿ ਪਾਕਿਸਤਾਨ ਵਾਲੇ ਚੁੱਕ ਕੇ ਲੈ ਗਏ। ਇਹ ਗੱਲ 1997 ਦੀ ਹੈ, ਜੀ ਹੁਣ 23.5 ਸਾਲ ਹੋ ਗਏ। ਉਹਦੀ ਮਾਂ ਕਹਿੰਦੀ ਆ, ਪਹਿਲਾਂ ਭਾਰਤ ਸਰਕਾਰ ਕਹਿੰਦੀ ਰਹੀ ਕਿ ਅਸੀਂ ਪਤਾ ਕਰਦੇ ਹਾਂ, ਇਹਦੇ ਸੁਨੇਹੇ ਵੀ ਆਉਂਦੇ ਰਹੇ, ਪਤਾ ਲੱਗਦਾ ਰਿਹਾ ਕਿ ਉੱਥੇ ਜਿਉਂਦਾ, ਪਰ ਅਜੇ ਤੱਕ ਉਹ ਵਾਪਸ ਨਹੀਂ ਆ ਸਕਿਆ। ਜੀ ਉਹਨੇ ਜਾ ਕੇ ਸੁਪਰੀਮ ਕੋਰਟ 'ਚ ਆਖਿਆ ਜੀ ਸਰਕਾਰ ਨੂੰ ਕਹੋ ਇਹਦਾ ਪਤਾ ਕਰੇ। ਉਹਦਾ ਹੱਕ ਬਣਦਾ ਕਹਿਣ ਦਾ, ਸੁਪਰੀਮ ਕੋਰਟ ਕਹੇਗੀ। ਪਰ ਮੈਂ ਇਹ ਬੇਨਤੀ ਕਰਾਂ ਕਿ ਉਹ ਇਕੱਲਾ ਨਹੀਂ। ਜਦੋਂ ਪ੍ਰਾਈਮ ਏਸ਼ੀਆ ਸ਼ੁਰੂ ਹੋਇਆ ਸੀ, ਜੀ ਅਜੇ 4 ਮਹੀਨੇ ਨਹੀਂ ਸੀ ਹੋਏ, ਸਾਡੇ ਕੋਲ ਇੱਕ ਕੇਸ ਆਇਆ। ਇੱਕ ਬੀਬੀ, ਉਹਦੀ ਅਸੀਂ ਇੰਟਰਵਿਊ ਪੇਸ਼ ਕੀਤੀ। ਉਹ ਕਹਿੰਦੀ ਮੈਂ ਛੋਟੀ ਜੀ ਬੱਚੀ ਸਾਂ ਜਦੋਂ ਮੇਰਾ ਪਿਓ ਪਾਕਿਸਤਾਨ ਦੀ ਫੌਜ ਦੇ ਹੱਥ ਆ ਗਿਆ। ਸਾਡੇ ਕੋਲ ਚਿੱਠੀਆਂ ਆਉਂਦੀਆਂ ਵੀ ਉਹ ਜਿਉਂਦਾ। ਉਹਨੂੰ ਕਦੇ ਕਿਸੇ ਛਾਉਣੀ 'ਚ ਰੱਖਦੇ, ਕਦੇ ਕਿਸੇ 'ਚ, ਕਦੇ ਕਿਸੇ ਜੇਲ੍ਹ 'ਚ ਰੱਖਦੇ, ਕਦੇ ਕਿਸੇ 'ਚ। 1971 ਦੀ ਜੰਗ ਦਾ ਅਜੇ ਤੱਕ ਨਹੀਂ ਮੁੜਿਆ। ਤੁਸੀਂ ਸਮਝਦੇ ਆ ਕਿ ਉਹ, ਇਹਦਾ ਮਤਲਬ 50 ਸਾਲ ਹੋ ਚੱਲੇ। ਇੱਦਾਂ ਦੇ ਬਹੁਤ ਸਾਰੇ ਹੋਰ ਹੈ ਜਿਹੜੇ ਗਾਇਬ ਹੋਏ, ਫਿਰ ਕਦੇ ਵਾਪਸ ਨਹੀਂ ਆਏ। ਰਿਪੋਰਟਾਂ ਆਉਂਦੀਆਂ ਕਦੇ ਕਦਾਈ, ਜਦੋਂ ਕੋਈ ਛੁੱਟ ਕੇ ਆਉਂਦਾ ਉਹ ਕੋਈ ਲੁਕਵੀਂ ਚਿੱਠੀ ਵੀ ਲੈ ਆਉਂਦਾ, ਜਾਂ ਜ਼ਬਾਨੀ ਆ ਕੇ ਦੱਸ ਦਿੰਦਾ ਕਿ ਉੱਥੇ ਫਲਾਨਾ ਵੀ ਹੈ। ਜਿਹੜੀਆਂ ਉੱਥੋਂ ਖਬਰਾਂ ਆਉਂਦੀਆਂ, ਉਹ ਖਬਰਾਂ ਇਹ ਦੱਸਦੀਆਂ ਕਿ ਪਾਕਿਸਤਾਨੀ ਮਿਲਟਰੀ ਪੁੱਠੇ ਕੰਮ ਕਰਨ 'ਚ ਤੇ ਬਾਕੀ ਦੁਨੀਆ ਦੀ ਸਾਰੀਆਂ ਫੌਜਾਂ ਨਾਲੋਂ ਵੱਧ ਬਦਨਾਮ ਹੈ। ਪੁੱਠੇ ਕੰਮ ਕੀ ਹੈ ਕਿ ਭਾਰਤੀਆਂ ਅੱਗੇ ਬੰਗਲਾਦੇਸ਼ ਦੇ ਵਿੱਚ ਸਰੈਂਡਰ ਕੀਤਾ ਸੀ, ਹਥਿਆਰ ਸੁੱਟਣੇ ਪਏ ਸੀ। ਉਹਦਾ ਬਦਲਾ ਲੈਣ ਵਾਸਤੇ ਜਿਹੜੇ ਕੈਦੀ ਉੱਥੇ ਸੀ, ਉਹਨਾਂ 'ਚੋਂ ਕੁਝ ਕੈਦੀ ਜਿਹੜੇ ਆ ਭਾਰਤ ਨੂੰ ਵਾਪਸ ਕਰ ਦਿੱਤੇ। ਬਾਕੀ ਕੁਝ ਜਿਹੜੇ ਅਜੇ ਤੱਕ ਲੱਭਦੇ ਨਹੀਂ, ਉਹਨਾਂ ਨੂੰ ਨਾ ਜੇਲ੍ਹ 'ਚ ਰੱਖਿਆ, ਨਾ ਫੌਜੀ ਛਾਉਣੀਆਂ 'ਚ, ਨਾ ਕਿਸੇ ਰਿਕਾਰਡ 'ਚ। ਅੱਡੋ ਅੱਡ ਜਰਨੈਲਾਂ ਦੇ ਫਾਰਮ ਹਾਊਸਾਂ 'ਤੇ ਕੰਮ ਕਰਨ ਵਾਸਤੇ ਰੱਖੇ ਨੇ, ਉਹਨਾਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ। ਇਹਦਾ ਰੌਲਾ ਕਈ ਵਾਰ ਪਿਆ। ਪਾਕਿਸਤਾਨ ਦੀਆਂ NGO ਨੇ ਵੀ ਕਈ ਵਾਰੀ ਇੱਦਾਂ ਦੀਆਂ ਗੱਲਾਂ ਕੀਤੀਆਂ ਕਿ ਪਾਕਿਸਤਾਨੀ ਫੌਜ ਦੇ ਫਾਰਮ ਹਾਊਸਾਂ 'ਤੇ, ਜਿਹੜੇ ਜਰਨੈਲਾਂ ਦੇ ਫਾਰਮ ਹਾਊਸਾਂ 'ਤੇ ਕੰਮ ਕਰਦੇ ਆ ਬੰਦੇ, ਪਤਾ ਹੀ ਨਹੀਂ ਕਿੱਥੋਂ ਆਉਂਦੇ ਆ। ਉਹ ਬੰਦੇ ਕਿੱਥੋਂ ਆਉਂਦੇ ਆ? ਉਹ ਅਸਲ ਵਿੱਚ ਇੱਦਾਂ ਦੇ ਬੰਦੇ ਆ ਜਿਨ੍ਹਾਂ ਨੂੰ ਥੋੜ੍ਹੀ ਬਹੁਤ ਰੋਟੀ ਪਾਣੀ ਦੇ ਕੇ, ਜ਼ਲੀਲ ਕਰਕੇ, ਜਾਨਵਰਾਂ ਨਾਲੋਂ ਭੈੜੀ ਹਾਲਤ ਵਿੱਚ ਉੱਥੇ ਰੱਖਿਆ ਜਾਂਦਾ। ਇਹ ਹੁਣ ਕੈਪਟਨ ਸੰਜੀਤ ਦੇ ਪਰਿਵਾਰ ਨੂੰ ਫੌਜ ਨੇ ਕਹਿ ਦਿੱਤਾ, ਭਾਰਤ ਦੀ ਨੇ, ਕਿ ਤੁਸੀਂ ਉਹਨੂੰ ਇਹ ਸਮਝ ਲਓ ਕਿ ਹੁਣ ਉਹਨੇ ਆਉਣਾ ਨਹੀਂ, ਉਹਦੀ ਮੌਤ ਹੋਈ ਸਮਝ ਲਓ। ਪਰ ਪਰਿਵਾਰ ਕਹਿੰਦਾ ਸਾਨੂੰ ਜਦੋਂ ਸੰਕੇਤ ਮਿਲਦੇ ਆ, ਸਾਨੂੰ ਜਦੋਂ ਇਹੋ ਜਿਹੇ ਸੁਨੇਹੇ ਮਿਲਦੇ ਆ ਕਿ ਉਹ ਜਿਉਂਦਾ, ਤੇ ਅਸੀਂ ਕਿੱਦਾਂ ਮੰਨ ਲਈਏ? ਉਹਦੀ ਮਾਂ ਹੁਣ ਸੁਪਰੀਮ ਕੋਰਟ 'ਚ ਗਈ ਆ। ਵੇਖੋ ਸੁਪਰੀਮ ਕੋਰਟ ਇੱਥੇ ਕੀ ਕਾਰਵਾਈ ਕਰੂਗੀ। ਅਜੇ ਇਹ ਕਾਰਵਾਈ ਮੁੱਢਲੇ ਪੜਾਅ 'ਤੇ ਆ, ਪਰ ਉਂਝ ਮੈਂ ਇਹ ਸਮਝਦਾ ਕਿ ਭਾਰਤ ਸਰਕਾਰ ਨੂੰ ਇਹਨਾਂ ਮਾਮਲਿਆਂ 'ਚ ਦਖਲ ਦੇਣਾ ਚਾਹੀਦਾ। ਜੀ ਪਹਿਲੀ ਗਲਤੀ ਤਾਂ ਉਦੋਂ ਹੋਈ ਜਦੋਂ ਇੰਦਰਾ ਗਾਂਧੀ ਤੇ ਜ਼ੁਲਫਕਾਰ ਅਲੀ ਭੁੱਟੋ ਦਾ ਸਮਝੌਤਾ ਹੋਇਆ ਸ਼ਿਮਲੇ 'ਚ ਬੈਠ ਕੇ। ਉਹਨਾਂ ਦੀ ਸਾਡੇ ਕੋਲ 98,000 ਫੌਜ ਜਿਹੜੀ ਉਹ ਕੈਦ ਸੀਗੀ, ਉਹਨਾਂ 'ਚੋਂ 92,000 ਨੇ ਤਾਂ ਇਕੱਠਿਆਂ ਇੱਕੋ ਦਿਨ ਸਰੈਂਡਰ ਕੀਤਾ ਸੀ। ਉਹਨਾਂ ਦਾ ਲੈਫਟੀਨੈਂਟ ਜਨਰਲ AK ਨਿਆਜ਼ੀ ਹੁੰਦਾ ਸੀ, ਜਿਹਨੇ ਹਥਿਆਰ ਸੁੱਟੇ ਸਨ ਸਾਡੇ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ। ਜਨਰਲ ਜਗਜੀਤ ਸਿੰਘ ਅਰੋੜਾ ਤੇ ਜਨਰਲ ਨਿਆਜ਼ੀ ਮਿਲਟਰੀ ਅਕੈਡਮੀ 'ਚ ਇਕੱਠੇ ਪੜ੍ਹੇ ਸੀ, ਇੱਕੋ ਬੈਂਚ 'ਤੇ ਬੈਠ ਕੇ ਪੜ੍ਹੇ ਸੀ, ਬੈਚਮੇਟ ਸੀ। ਪਾਕਿਸਤਾਨ ਦੇ ਜਨਰਲ ਨੇ ਭਾਰਤੀ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਹਥਿਆਰ ਸੁੱਟੇ ਸੀ। ਉਹਦੇ 92,000 ਫੌਜੀ ਉਹ ਸਨ, 6,000 ਹੋਰ ਸੀ, ਸਾਡੇ ਕੋਲ 98,000 ਸੀ। ਉਦੋਂ ਹੀ ਸਾਰਾ ਕੁਝ ਕਹਿੰਦੇ ਜੀ ਅਸੀਂ ਆਪ ਜੇਲ੍ਹਾਂ ਤੇ ਸਭ ਕੁਝ ਆਪ ਚੈੱਕ ਕਰਨ ਦੀ ਸਹੂਲਤ ਚਾਹੁੰਦੇ ਹਾਂ, ਸਾਡੇ ਸਾਰੇ ਵਾਪਸ ਕਰੋ, ਨਹੀਂ ਤਾਂ ਤੁਹਾਡੇ 98,000 ਵੀ ਅਸੀਂ ਨਹੀਂ ਦੇਣੇ। ਇਹ ਉਸ ਵਕਤ ਗਲਤੀ ਹੋ ਗਈ। ਉਦੋਂ ਬਾਅਦ ਅਜੇ ਤੱਕ ਕਈ ਪਰਿਵਾਰ ਭੁਗਤਦੇ ਪਏ ਆ। ਇਹ ਜੋ ਕੁਝ ਵੀ ਹੋਵੇ, ਸੁਪਰੀਮ ਕੋਰਟ ਨੂੰ ਇਸ ਮਾਮਲੇ 'ਚ ਸਰਕਾਰ ਨੂੰ ਹਦਾਇਤਾਂ ਕਰਨੀਆਂ ਚਾਹੀਦੀਆਂ, ਤੇ ਸਰਕਾਰ ਨੂੰ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਉਡੀਕ ਕੇ ਬਗੈਰ ਜੋ ਕੁਝ ਹੋ ਸਕਦਾ, ਜਿਹੜੀ ਵੀ ਗੱਲ ਸੰਭਵ ਹੈ, ਪੋਸੀਬਲ ਹੈ, ਇੰਟਰਨੈਸ਼ਨਲ ਲੈਵਲ ਦੀਆਂ ਸੰਸਥਾਵਾਂ, ਹਿਊਮਨ ਰਾਈਟਸ ਕਮਿਸ਼ਨ ਵਗੈਰਾ, ਉਹਨਾਂ ਦੀ ਮਦਦ ਲੈ ਕੇ ਕੁਝ ਕਰਨ ਦਾ ਯਤਨ ਕਰਨਾ ਚਾਹੀਦਾ। ਪਰ ਸਰ ਸੁਪਰੀਮ ਕੋਰਟ ਨੇ ਇੱਕ ਹੋਰ ਗੱਲ ਕਹੀ ਹੈ ਕਿ 18 ਸਾਲ ਤੱਕ ਨਹੀਂ, ਬੱਚਿਆਂ ਦਾ ਪਾਲਣ ਪੋਸ਼ਣ ਜੇ ਕਰਨਾ ਤਾਂ ਉਹਦੀ ਗ੍ਰੈਜੂਏਸ਼ਨ ਤੱਕ ਕਰਨਾ ਹੋਵੇਗਾ। ਇਹ ਕਿਉਂ ਹੁਣ ਕਹਿਣ ਦੀ ਲੋੜ ਪਈ ਹੈ? ਦੇਖੋ, ਇੱਕ ਮੀਆਂ ਬੀਵੀ ਦੇ ਝਗੜੇ ਦਾ ਕੇਸ ਚਲਾ ਗਿਆ ਸੀ, ਉਹਦੇ 'ਚ ਮੁੰਡੇ ਦੀ ਜ਼ਿੰਮੇਵਾਰੀ ਲੈਣ ਨੂੰ ਬਾਪ ਤਿਆਰ ਨਹੀਂ। ਬਾਪ ਨੇ ਇਹ ਕਹਿ ਦਿੱਤਾ ਮੁੰਡਾ ਹੁਣ ਜੀ 18 ਤੋਂ ਉੱਪਰ ਹੋ ਗਿਆ, ਅਡਲਟ ਹੋ ਗਿਆ, ਮੇਰੀ ਜ਼ਿੰਮੇਵਾਰੀ ਨਹੀਂ। ਕਾਨੂੰਨੀ ਤੌਰ 'ਤੇ ਸਮਝਿਆ ਜਾਂਦਾ ਕਿ 18 ਤੋਂ ਉੱਪਰ ਅਡਲਟ ਹੋ ਗਿਆ, ਮਾਂ ਬਾਪ ਦੀ ਜ਼ਿੰਮੇਵਾਰੀ ਨਹੀਂ।
ਪਰ ਸੁਪਰੀਮ ਕੋਰਟ ਨੇ ਆਖਿਆ ਨਹੀਂ, ਮਾਂ-ਬਾਪ ਦੀ ਜ਼ਿੰਮੇਵਾਰੀ ਹੈਗੀ ਹੈ। ਜੇ ਉਹ ਪੜ੍ਹਦਾ ਤੇ ਜਦ ਤੱਕ ਉਹ ਗ੍ਰੈਜੂਏਸ਼ਨ ਨਹੀਂ ਕਰ ਲੈਂਦਾ, BA ਨਹੀਂ ਕਰ ਜਾਂਦਾ, ਉਹਨਾਂ ਚਿਰ ਤੱਕ ਉਹਦਾ ਖਰਚਾ ਦੇਣਾ, ਉਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਲੈਣੀਆਂ ਇਹ ਬਾਪ ਦਾ ਫਰਜ਼ ਹੈ। ਬਾਪ ਇਹ ਤੋਂ ਭੱਜ ਨਹੀਂ ਸਕਦਾ। ਜੇ ਭਲਾ ਉਹ ਪੜ੍ਹਦਾ ਹੀ ਨਾ ਹੋਵੇ ਜੀ, ਕਿਤੇ ਉੱਦਾਂ ਹੀ ਕਿਸੇ ਥਾਂ ਦੇ ਉੱਤੇ ਮਾੜਾ ਮੋਟਾ ਕੰਮ ਕਰਦਾ ਹੋਵੇ, ਜੇ ਕੁਝ ਵੀ ਨਹੀਂ ਕਰਦਾ, ਤੇ ਫਿਰ ਬਾਪ ਉਹਦੇ ਗ੍ਰੈਜੂਏਸ਼ਨ ਕਰਨ ਤੱਕ, ਕਿਉਂਕਿ ਉਹਨੇ ਕਰਨੀ ਕਦੇ ਨਹੀਂ, ਸਾਰੀ ਉਮਰ ਰੋਟੀਆਂ ਥੋੜ੍ਹਾ ਦੇ ਸਕਦਾ। ਇਹਦੇ ਵਿੱਚ ਵੀ ਕੋਈ ਨਾ ਕੋਈ ਹੱਦ ਬੰਨ੍ਹਣੀ ਪਵੇਗੀ। ਜੇ ਮੁੰਡਾ ਪੜ੍ਹਦਾ ਤੇ ਫਿਰ ਉਹਨੂੰ ਗ੍ਰੈਜੂਏਸ਼ਨ ਤੱਕ ਮਦਦ ਦਿੱਤੀ ਜਾ ਸਕਦੀ ਹੈ। ਜੀ, ਜੇ ਉਹ ਪੜ੍ਹਦਾ ਹੀ ਨਹੀਂ, ਕਰਦਾ ਹੀ ਕੁਛ ਨਹੀਂ, ਤੇ ਫਿਰ ਉਹ ਕਿੰਨੀ ਕੁ ਦੇ ਲੈਣਗੇ। ਇਹਦੇ ਵਾਸਤੇ ਅਜੇ ਸੁਪਰੀਮ ਕੋਰਟ ਨੇ ਕੋਈ ਫੈਸਲਾ ਜਿਹੜਾ ਦਿੱਤਾ ਉਹ ਬਹੁਤਾ ਮੈਨੂੰ ਕਲੀਅਰ ਨਹੀਂ ਲੱਗਾ। ਹੋ ਸਕਦਾ ਅਗਲੇ ਦਿਨ ਕਲੀਅਰ ਕੀਤਾ ਜਾਵੇ, ਜਾਂ ਇਹ ਹੋ ਸਕਦਾ ਕਿ ਪੂਰੀ ਗੱਲ ਅਖਬਾਰਾਂ 'ਚ ਨਾ ਆਈ ਹੋਵੇ। ਕਈ ਵਾਰੀ ਫੈਸਲੇ ਦੇ ਕੁਝ 2-3 ਹਿੱਸੇ ਅਖਬਾਰਾਂ ਆਪਣੀ ਮਰਜ਼ੀ ਦੇ ਚੁੱਕ ਲੈਂਦੀਆਂ, ਬਾਕੀ ਛੱਡ ਦਿੰਦੀਆਂ। ਜੀ, ਇਹ ਹੋ ਸਕਦਾ ਕਿ ਫੈਸਲੇ ਦਾ ਆਪਰੇਟਿਵ ਪਾਰਟ ਅਜੇ ਨਾ ਆਇਆ ਹੋਵੇ। ਪੂਰਾ ਉਡੀਕਣਾ ਸਾਨੂੰ ਚਾਹੀਦਾ ਕਿ ਅਸਲ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਕੀ ਦਿੱਤਾ। ਪੂਰਾ ਫੈਸਲਾ ਅਜੇ ਸਾਹਮਣੇ ਨਹੀਂ ਆਇਆ। ਪੰਨ ਸਾਹਿਬ, ਤੁਸੀਂ ਇਹ ਖਬਰਾਂ 'ਚ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।